ਅਫਗਾਨਿਸਤਾਨ ਦੇ ਗੁਰਦੁਆਰਾ ਸਾਹਿਬ ਤੇ ਹੋਏ ਅੱਤਵਾਦੀ ਹਮਲੇ ਦੇ ਖਿਲਾਫ ਸਿੱਖ ਜਥੇਬੰਦੀਆਂ ਸੜਕਾਂ ਤੇ ਉਤਰ ਆਈਆਂ ਨੇ, ਵਿਰੋਧ ਜਤਾ ਰਹੀਆਂ ਨੇ ਕਿ ਇਸ ਹਮਲੇ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਹੈ ਉਸ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਮਿਨੋਰਟੀ ਸਿੱਖਾਂ ਦੀ ਜਿਹੜੀ ਅੱਗੇ ਦੀ ਲਾਈਫ ਹੈ ਉਹਨੂੰ ਸੋਚਦੇ ਹੋਏ ਸਰਕਾਰ ਕੋਲੋਂ ਮੰਗ ਕਰ ਰਹੇ ਨੇ। ਸਾਰੇ ਸਿੱਖ ਜਥੇਬੰਦੀਆਂ ਅੱਜ ਇੱਥੇ ਇਕੱਠੀਆਂ ਹੋਈਆਂ ਨੇ। ਸਾਡੇ ਨਾਲ ਨੇ ਪ੍ਰੋਫੈਸਰ ਸਾਹਿਬ, ਅੱਜ ਤੁਸੀਂ ਇੱਥੇ ਪ੍ਰਦਰਸ਼ਨ ਕਰ ਰਹੇ ਹੋ ਕਾਬੁਲ ਤੇ ਜਿਹੜਾ ਗੁਰਦੁਆਰਾ ਸਾਹਿਬ ਤੇ ਹਮਲਾ ਹੋਇਆ ਹੈ, ਕੀ ਕਹਿ ਰਹੇ ਹੋ? ਅਸੀਂ ਅੱਜ ਇਹ ਰੋਸ ਪ੍ਰਗਟ ਕਰਨ ਵਾਸਤੇ ਅੰਮ੍ਰਿਤਸਰ ਦੀਆਂ ਪੰਜਾਬ ਦੀਆਂ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਨੇ। ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਅਤੇ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ, ਜਿਹਨਾਂ ਵਿੱਚ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੀ ਸ਼ਾਮਿਲ ਹੈ, ਸਿਰਲੱਥ ਜੱਥਾ ਵੀ ਸ਼ਾਮਿਲ ਹੈ, ਸਾਰੀਆਂ ਜਥੇਬੰਦੀਆਂ। ਇਹ ਚਿੱਠੀ ਅਸੀਂ ਪ੍ਰਧਾਨ ਮੰਤਰੀ ਅਫਗਾਨਿਸਤਾਨ ਨੂੰ ਲਿਖੀ ਹੈ। ਅਸੀਂ ਉਹਨਾਂ ਦੀ ਐਮਬੈਸੀ ਦੇ ਰਾਹੀਂ ਇਹ ਚਿੱਠੀ ਉਹਨਾਂ ਨੂੰ ਭੇਜ ਰਹੇ ਹਾਂ। ਇਹਦੇ ਨਾਲ ਨਾਲ ਅਸੀਂ ਬਾਕੀ ਦੇ ਇਸਲਾਮਿਕ ਕੰਟਰੀਜ਼ ਤੱਕ ਵੀ ਅਪਰੋਚ ਕਰਾਂਗੇ। ਕਿਉਂ ਕਰਾਂਗੇ? ਰੀਜ਼ਨ ਕੀ ਹੈ? ਉਹਦੇ ਵਿੱਚ ਕਾਰਨ ਇਹ ਹੈ ਕਿ ਜਿਹੜੇ ਦਹਿਸ਼ਤਗਰਦਾਂ ਨੇ ਉੱਥੇ ਹਮਲਾ ਕੀਤਾ ਨਾ, ਪਹਿਲੀ ਗੱਲ ਤਾਂ ਉਸ ਦਹਿਸ਼ਤਗਰਦਾਂ ਨੂੰ ਐਕਸਪੋਜ਼ ਕਰਨਾ ਚਾਹੁੰਦੇ ਹਾਂ ਵਰਲਡ ਲੈਵਲ ਤੇ ਕਿ ਵੀ ਗੁਰਧਾਮਾਂ ਨੂੰ ਟਾਰਗੇਟ ਕਿਉਂ ਕਰਦੇ ਹੋ? ਤੁਹਾਡਾ ਝਗੜਾ ਕਿ ਸਰਕਾਰ ਨਾਲ ਹੋਏਗਾ, ਸਿੱਖਾਂ ਨੇ ਕੀ ਵਿਗਾੜਿਆ? ਅਸੀਂ ਪੂਰੇ ਇਸਲਾਮਿਕ ਕੰਟਰੀਜ਼ ਤੱਕ ਆਪਣੀ ਆਵਾਜ਼ ਲੈ ਕੇ ਜਾਵਾਂਗੇ। ਉਹਨਾਂ ਦੀਆਂ ਐਮਬੈਸੀਆਂ ਤੱਕ, ਸਿਰਫ ਅਫਗਾਨਿਸਤਾਨ ਦੇ ਪ੍ਰਧਾਨ ਮੰਤਰੀ ਤੱਕ ਸੀਮਿਤ ਨਹੀਂ ਹੈ ਗੱਲ, ਅਸੀਂ ਬਾਕੀਆਂ ਨੂੰ ਵੀ ਅਪਰੋਚ ਕਰਾਂਗੇ। ਇਹ ਚਿੱਠੀ ਜਿਹੜੀ ਹੈ ਇੱਕ ਇਤਿਹਾਸਿਕ ਚਿੱਠੀ ਹੈ। ਅਸੀਂ ਉਹ 'ਚ ਸਪਸ਼ਟ ਕੀਤਾ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ। ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਸੇ ਵੀ ਧਰਮ ਦੇ ਖਿਲਾਫ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਇੰਕਲੂਡਿੰਗ ਮੁਹੰਮਦ ਸਾਹਿਬ। ਉਹ ਸਤਿਕਾਰਯੋਗ ਨੇ। ਉਹਨਾਂ ਦੀ ਬਾਈਬਲ, ਕੁਰਾਨ, ਗੀਤਾ, ਰਮਾਇਣ, ਸਾਰੇ ਧਰਮਾਂ ਦੇ ਗ੍ਰੰਥ ਸਤਿਕਾਰਯੋਗ ਨੇ। ਲੇਕਿਨ ਜੇਕਰ ਭਾਰਤ ਦੇ ਵਿੱਚ ਕੋਈ ਭਾਜਪਾ ਆਗੂ ਗਲਤੀ ਨਾਲ ਜਾਂ ਜਾਣਬੁੱਝ ਕੇ ਮੁਹੰਮਦ ਸਾਹਿਬ ਦੇ ਖਿਲਾਫ ਕੋਈ ਬਿਆਨ ਦਿੰਦਾ ਹੈ ਤਾਂ ਸਾਨੂੰ ਉਹਦੇ ਨਾਲ ਇਕੁਏਟ ਕਿਉਂ ਕੀਤਾ ਜਾਂਦਾ ਹੈ? ਸਾਨੂੰ ਉਹਦੇ ਨਾਲ ਬ੍ਰੈਕਟਡ ਕਿਉਂ ਕੀਤਾ ਜਾਂਦਾ ਹੈ? ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਲੇਕਿਨ ਜਦ ਦਹਿਸ਼ਤਗਰਦ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਨੇ ਤਾਂ ਕਹਿੰਦੇ ਨੇ ਕਿ ਭਾਜਪਾ ਦੀ ਫਲਾਣੀ ਆਗੂ ਨੇ ਇਹ ਗੱਲ ਕਹੀ ਸੀਗੀ, ਅਸੀਂ ਉਹਦਾ ਬਦਲਾ ਲਿਆ ਹੈ। ਤੁਸੀਂ ਇਸ ਹਮਲੇ ਦੇ ਵਿੱਚ ਇਹ ਭਾਜਪਾ ਨੂੰ ਇਨਵੋਲਵ ਕਰਦੇ ਕਿ ਭਾਜਪਾ ਵੱਲੋਂ ਜਿਹੜੀ ਗੱਲ ਕਹੀ ਗਈ ਉਸ ਕਰਕੇ? ਮੈਂ ਤਾਂ ਨਹੀਂ ਗੱਲ ਕੀਤਾ, ਸ਼ਾਇਦ ਤੁਹਾਨੂੰ ਨਹੀਂ ਪਤਾ ਹੋਵੇਗਾ ਜੋਤੀ ਜੀ, ਕਿ ਦਹਿਸ਼ਤਗਰਦਾਂ ਨੇ ਜਿਹੜੀ ਜ਼ਿੰਮੇਵਾਰੀ ਚੁੱਕੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਹਮਲਾ ਤਾਂ ਕੀਤਾ ਹੈ। I think you follow my point. This is not from my side. This is from the side, they have cited the reason that why they have attacked on the Gurdwara. They say that BJP ਦੀ ਇੱਕ ਆਗੂ ਨੇ ਮੁਹੰਮਦ ਸਾਹਿਬ ਦੇ ਖਿਲਾਫ ਇਹ ਗੱਲ ਕੀਤੀ ਹੈ ਤਾਂ ਅਸੀਂ ਹਮਲਾ ਕੀਤਾ ਹੈ। That's why ਅਸੀਂ ਉਹ ਗੱਲ ਨੂੰ ਕਲੀਅਰ ਕਰਨ ਵਾਸਤੇ ਇੱਥੇ ਆਏ ਹਾਂ ਕਿ ਸਾਡਾ ਉਹਦੇ ਨਾਲ ਰਿਮੋਟਲੀ ਵੀ ਕੋਈ ਲਿੰਕ ਨਹੀਂ ਹੈਗਾ। ਉਹ ਮੁਹੰਮਦ ਸਾਹਿਬ ਦੇ ਖਿਲਾਫ ਅਗਰ ਬੋਲੇ ਹੀ ਹੈ, ਅਗਰ ਭਾਜਪਾ ਦੀ ਆਗੂ ਬੋਲੀ ਹੈ, ਸਾਡਾ ਸਿੱਖ ਕੌਮ ਦਾ ਉਹਦੇ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਰਿਲੇਸ਼ਨ ਨਹੀਂ ਹੈ। ਅਸੀਂ ਪ੍ਰਧਾਨ ਮੰਤਰੀ ਅਫਗਾਨਿਸਤਾਨ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਇਹਨਾਂ ਹਮਲਿਆਂ ਦੇ ਪਿੱਛੇ ਜੋ ਕਾਰਨ ਹੈ, ਮਿਸਕਨਸੈਪਸ਼ਨਸ ਤੇ ਜ਼ਹਿਰ ਉੱਥੇ ਦੇ ਲੋਕਾਂ ਦੇ ਦਿਮਾਗ ਵਿੱਚ ਵਾੜਤਾ ਗਿਆ, ਉਸ ਨੂੰ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਏ। ਕਿਉਂ ਆਖਰਕਾਰ ਬਾਰ-ਬਾਰ ਗੁਰਦੁਆਰਿਆਂ ਤੇ ਹਮਲੇ ਕਿਉਂ ਹੁੰਦੇ ਨੇ? ਕਿਉਂ ਐਸਾ ਜ਼ਹਿਰ ਉਹਨਾਂ ਦੇ ਦਿਮਾਗ ਵਿੱਚ ਹੈ? ਸਿੱਖਾਂ ਨੇ ਤਾਂ ਉੱਥੇ ਜਦੋਂ ਦੀ ਸਿੱਖ ਹਿਸਟਰੀ ਹੈਗੀ ਹੈ, ਬੜੀ ਡੀਪ ਰੂਟਡ ਸਿੱਖ ਹਿਸਟਰੀ ਹੈ ਅਫਗਾਨਿਸਤਾਨ ਦੇ ਵਿੱਚ। ਔਰ ਉੱਥੇ ਕੋਈ ਸਮਾਂ ਸੀਗਾ 4-5 ਲੱਖ ਦੀ ਆਬਾਦੀ ਹੁੰਦੀ ਸੀਗੀ। ਸਿੱਖਾਂ ਨੇ ਅਫਗਾਨਿਸਤਾਨ ਦੀ ਆਰਥਿਕਤਾ ਦੀ ਅਪਲਿਫਟਮੈਂਟ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ। ਕੋਈ ਐਵੇਂ ਪ੍ਰੋਬਲਮ ਨਹੀਂ ਹੈਗੀ ਕਿ ਬਈ ਕੋਈ ਆਈਡੈਂਟੀਟੀ ਕ੍ਰਾਈਸਿਸ ਹੋਏ। ਉੱਥੇ ਦੇ ਲੋਕਾਂ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਕੌਣ ਸੀਗੇ। ਸੋ ਆਈਡੈਂਟੀਟੀ ਕ੍ਰਾਈਸਿਸ ਕੋਈ ਨਹੀਂ ਹੈਗਾ। ਫਿਰ ਐਸਾ ਜ਼ਹਿਰ, ਐਸੀ ਮਿਸਕਨਸੈਪਸ਼ਨ ਕਿਉਂ ਹੈ? ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਅਫਗਾਨਿਸਤਾਨ ਦੇ। ਉਹ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੇ। ਅਸੀਂ ਉਹਨਾਂ ਨੂੰ ਚਿੱਠੀ ਰਾਹੀਂ ਬੇਨਤੀ ਕੀਤੀ ਹੈ, ਤੁਸੀਂ ਇਹਦੀ ਪ੍ਰੋਬਿੰਗ ਕਰੋ, ਇਨਵੈਸਟੀਗੇਸ਼ਨ ਕਰੋ। ਨਾਲ ਦੇ ਨਾਲ ਇਹ ਵੀ ਬੇਨਤੀ ਕੀਤੀ ਹੈ ਕਿ ਵੀ ਫਿਊਚਰ ਵਿੱਚ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ ਤੇ ਤੁਸੀਂ ਇਹਦੀ ਰੋਕਥਾਮ ਵਾਸਤੇ ਉਚਿਤ ਪ੍ਰਬੰਧ ਕਰੋ। ਤੁਸੀਂ ਇੱਥੇ ਗੱਲ ਕਰ ਰਹੇ ਹੋ ਮਿਨੋਰਿਟੀ ਦੀ, ਜਿਹੜੇ ਉੱਥੇ
ਸਿੱਖ ਕਮਿਊਨਿਟੀ ਵਸਦੀ ਹੈ, ਨਾ ਕੇਵਲ ਅਫਗਾਨਿਸਤਾਨ 'ਚ ਅਰਬ ਮੁਲਕ ਜਿੰਨੇ ਵੀ ਹੈਗੇ ਨੇ ਉਹਨਾਂ ਦੇ ਵਿੱਚ ਵੀ ਲਗਾਤਾਰ ਕਦੀ ਹਮਲੇ ਹੁੰਦੇ ਰਹਿੰਦੇ ਨੇ ਉਹ ਖਾਸ ਕਰਕੇ ਸਿੱਖਾਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ। ਕਿਆ ਉਹਦੇ ਪਿੱਛੇ ਕੀ ਕਾਰਨ ਸਮਝਦੇ ਹੋ? ਕਿਉਂਕਿ ਇਹ ਘਟਨਾ ਤਾਂ ਹੁੰਦੀ ਹੈ। ਮੈਂ ਇਹਦੇ ਪਿੱਛੇ ਦੋ ਕਾਰਨ ਸਮਝਦਾ। ਇੱਕ ਤਾਂ ਮੈਂ ਸਮਝਦਾ ਕਿ ਭਾਰਤ ਦੇ ਜਿੰਨੀਆਂ ਵੀ ਐਮਬੈਸੀਆਂ ਇਸਲਾਮਿਕ ਮੁਲਕਾਂ ਵਿੱਚ ਹੈਗੀਆਂ ਨੇ, ਉਹਨਾਂ ਇਸਲਾਮਿਕ ਮੁਲਕਾਂ ਦੇ ਵਿੱਚ ਜਿਹੜੀ ਭਾਰਤ ਦੀਆਂ ਐਮਬੈਸੀਆਂ ਨੇ, ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਇੱਕ ਬਹੁਤ ਵਧੀਆ ਐਕਸਟੈਂਸਿਵ ਇਲੈਬੋਰੇਟ ਪ੍ਰੋਗਰਾਮ ਜਾਣਾ ਚਾਹੀਦਾ ਹੈ ਕਿ ਬਈ ਸਿੱਖ ਜਿਹੜੇ ਮਾਈਨੋਰਿਟੀਜ਼ ਨੇ ਉਹਨਾਂ ਦੀ ਸੁਰੱਖਿਆ ਨੂੰ, ਉਹਨਾਂ ਦੇ ਸ਼ਰਾਈਨਸ ਨੂੰ, ਗੁਰਦੁਆਰਿਆਂ ਨੂੰ, ਸੇਫਟੀ ਨੂੰ ਯਕੀਨਨ ਬਣਾਇਆ ਜਾਏ। ਪਹਿਲੀ ਗੱਲ ਤਾਂ ਇਹ, ਜਿੱਥੇ ਕਿਤੇ ਨਾ ਕਿਤੇ ਭਾਰਤ ਸਰਕਾਰ ਦੀ ਡਿਪਲੋਮੈਟਿਕ ਲੈਵਲ ਦੇ ਉੱਤੇ ਫੇਲਰ ਹੈਗੀ ਹੈ। ਦੂਸਰਾ ਮੈਂ ਸਮਝਦਾ ਕਿ ਕਦੀ ਐਸਾ ਲੱਗਦਾ ਹੈ ਕਿ ਬਈ ਸਿੱਖ ਮੁਸਲਮਾਨਾਂ ਦੇ ਨਜ਼ਦੀਕ ਜਾ ਰਹੇ ਨੇ। ਸੋ ਜਿਹੜੀਆਂ ਕੁਝ ਤਾਕਤਾਂ ਐਸੀਆਂ ਹੁੰਦੀਆਂ ਨੇ ਸਰਕਾਰਾਂ ਦੇ ਵਿੱਚ ਬੈਠੀਆਂ, ਉਹ ਦੇਖਦੀਆਂ ਨੇ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਾਂ ਭਾਰਤ ਦੇ ਲੈਵਲ ਦੇ ਉੱਤੇ ਕਿ ਵੀ ਇਹਨਾਂ ਦੇ ਵਿੱਚ ਜਿਹੜਾ ਗੈਪ ਕਿਵੇਂ ਕ੍ਰੀਏਟ ਕਰੀਏ, ਮਿਸਟਰਸਟ ਕਿਵੇਂ ਕ੍ਰੀਏਟ ਕਰੀਏ। ਸੋ ਉਹ ਵੀ ਸਾਜ਼ਿਸ਼ਾਂ ਜਿਹੜੀਆਂ ਨੇ ਉਹਨਾਂ ਦੀ ਪੋਸੀਬਿਲਿਟੀ ਨੂੰ ਰੂਲਡ ਆਊਟ ਨਹੀਂ ਕੀਤਾ ਜਾ ਸਕਦਾ। ਸੋ ਇਹਨਾਂ ਕਾਰਨਾਂ ਕਰਕੇ ਸਾਨੂੰ ਟਾਰਗੇਟ ਕੀਤਾ ਜਾਂਦਾ ਹੈ। ਦੂਸਰੇ ਸ਼ਬਦਾਂ 'ਚ ਕਹਿ ਲਓ ਕਿ ਸਿੱਖਸ ਨੂੰ, ਗੁਰਦੁਆਰਾ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਪੋਲੀਟੀਕਲਾਈਜ਼ ਕੀਤਾ ਜਾਂਦਾ ਹੈ, ਜਿਵੇਂ ਕਿ ਅੱਜ ਭਾਰਤ ਦੇ ਵਿੱਚ ਬੇਅਦਬੀਆਂ ਕਰਕੇ ਇਹ ਸਾਰਾ ਕੁਝ ਸਿਲਸਿਲਾ ਪੋਲੀਟੀਕਲਾਈਜ਼ ਹੋ ਗਿਆ ਹੈ, ਵੋਟ ਪੋਲਿਟਿਕਸ। ਸੋ ਸਿਮਿਲਰਲੀ ਬਾਹਰ ਦੇ ਵਿਦੇਸ਼ਾਂ ਦੇ ਵਿੱਚ ਵੀ ਸਿੱਖਾਂ ਦੇ ਨਾਲ ਇਸ ਪ੍ਰਕਾਰ ਦੇ ਹਮਲੇ ਕਰਕੇ ਇਹ ਸਾਰੇ ਸਿਸਟਮ ਨੂੰ ਪੋਲੀਟੀਕਲਾਈਜ਼ ਕੀਤਾ ਜਾਂਦਾ ਹੈ। ਸਰ, ਤੁਸੀਂ ਬਾਹਰ ਦੇ ਮੁਲਕਾਂ ਦੀ ਗੱਲ ਕੀਤੀ ਹੈ, ਤੁਸੀਂ ਹਿੰਦੁਸਤਾਨ ਦੀ ਵੀ ਗੱਲ ਕੀਤੀ ਹੈ, ਪਰ ਹਿੰਦੁਸਤਾਨ ਦੇ ਵਿੱਚ ਇੱਕ ਸਿੱਖਾਂ ਦੀ ਇੱਕ ਬਹੁਤ ਵੱਡੀ ਹੋਂਦ ਹੈ, ਮੁਲਕ ਹੈ ਸਿੱਖਾਂ ਦਾ। ਉੱਥੇ ਜਿਸ ਤਰ੍ਹਾਂ ਤੁਸੀਂ ਬੇਅਦਬੀ ਦੀ ਗੱਲ ਕੀਤੀ ਹੈ, ਉੱਥੇ ਵੀ ਇਨਸਾਫ ਨਹੀਂ ਮਿਲ ਪਾ ਰਿਹਾ। ਅੱਜ ਸਿੱਖ ਕੌਮ ਦੇ, ਸਿੱਖ ਜਮਾਤ ਦੇ ਜਿੰਨੇ ਵੀ ਲੋਕ ਨੇ ਸੜਕਾਂ ਤੇ ਨੇ, ਉਹ ਆਪਣਾ ਹੱਕ ਲੈਣ ਲਈ ਕੀ ਕਾਰਨ ਸਮਝਦੇ ਹੋ? ਮੈਂ ਉਹਦਾ ਮੂਲ ਕਾਰਨ ਸਮਝਦਾ, ਸਾਡਾ ਆਪਣਾ ਅੱਜ ਦੇਸ਼ ਹੁੰਦਾ, ਮੰਨ ਲਓ ਸਾਡਾ ਅੱਜ ਆਪਣਾ ਦੇਸ਼ ਹੁੰਦਾ, ਜੇ ਆਪਣਾ ਦੇਸ਼ ਹੁੰਦਾ ਅਸੀਂ ਫਿਰ ਕਿਸੇ ਅੱਗੇ ਤਰਲੇ ਨਹੀਂ ਮਾਰਨੇ ਸੀਗੇ ਕਿ ਸਾਡੇ ਸਿੱਖਾਂ ਦੀ ਸੁਰੱਖਿਆ ਦਾ ਪ੍ਰਬੰਧ ਕਰੋ। ਫਿਰ ਅਸੀਂ ਡਿਪਲੋਮੈਟਿਕ ਲੈਵਲ ਦੇ ਉੱਤੇ ਅਸੀਂ ਇਹ ਸਾਰਾ ਕੁਝ ਕਰਨਾ ਸੀਗਾ। ਸੋ ਅੱਜ ਸਾਡਾ ਦੇਸ਼ ਦੀ ਹੋਂਦ ਨਾ ਹੋਣ ਕਰਕੇ ਅਸੀਂ ਇਹ ਸਭ ਕੁਝ ਸਫਰ ਕਰ ਰਹੇ ਹਾਂ। ਜਿਸ ਦਿਨ ਸਾਡਾ ਮੁਲਕ ਬਣ ਜਾਏਗਾ, ਅਸੀਂ ਡਿਪਲੋਮੈਟਿਕ ਲੈਵਲ ਦੇ ਉੱਤੇ ਫਿਰ ਅਫਗਾਨਿਸਤਾਨ ਸਰਕਾਰ ਦੇ ਜਿਹੜੇ ਐਮਬੈਸਡਰ ਸਾਡੇ ਦੇਸ਼ ਵਿੱਚ ਹੋਣਗੇ, ਅਸੀਂ ਉਹਨਾਂ ਨੂੰ ਬੁਲਾ ਕੇ ਪੁੱਛਾਂਗੇ, ਦੱਸੋ ਬਈ ਕਿ ਸਾਡੇ ਨਾਲ ਇੱਦਾਂ ਕਿਉਂ ਹੋ ਰਿਹਾ। ਸੋ ਦੇਸ਼ ਦੀ ਘਾਟ ਹੋਣ ਕਰਕੇ, ਸਾਡਾ ਰਾਜ ਨਾ ਹੋਣ ਕਰਕੇ ਸਾਨੂੰ ਅੱਜ ਮੰਗਤੇ ਬਣ ਕੇ ਤੁਰਨਾ ਪੈ ਰਿਹਾ ਹੈ। ਵੱਖ-ਵੱਖ ਸਿੱਖ ਜਥੇਬੰਦੀਆਂ ਇਹ ਅੱਜ ਕਾਬੁਲ ਦੇ ਗੁਰਦੁਆਰਾ ਸਾਹਿਬ ਤੇ ਹੋਏ ਅੱਤਵਾਦ ਹਮਲੇ ਦੇ ਵਿੱਚ ਨੁਕਸਾਨ ਜਿਹੜਾ ਪਹੁੰਚਾ, ਉਸ ਦੇ ਖਿਲਾਫ ਵੱਖ-ਵੱਖ ਸਿੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ। ਅੰਮ੍ਰਿਤਸਰ ਦੇ ਭੰਡਾਰੀ ਪੁਲ ਦੇ ਥੱਲੇ ਇਹ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਔਰ ਵਿਰੋਧ ਜਤਾ ਰਹੀਆਂ ਨੇ ਇਸ ਹਮਲੇ ਦਾ। ਇਸ ਸਾਈਡ ਤੇ ਮੈਂ ਕਹਾਂਗਾ ਕਿ ਕੈਮਰਾ ਪਰਸਨ ਇੱਕ ਵਾਰ ਦਿਖਾਣਾ ਸ਼ੁਰੂ ਕਰੇ ਕਿ ਜਿਹੜੀਆਂ ਬੀਬੀਆਂ ਨੇ ਉਹ ਵੀ ਇਸ ਵਿਰੋਧ ਦੇ ਵਿੱਚ ਸ਼ਾਮਲ ਹੋਈਆਂ, ਛੋਟੇ ਬੱਚੇ ਨੇ ਜਿਹੜੇ ਇਸ ਵਿਰੋਧ ਦੇ ਵਿੱਚ ਸ਼ਾਮਲ ਹੋਏ ਨੇ। ਸੋ ਸਿੱਖ ਕੌਮ ਜਿਹੜੀ ਹੈ ਇਸ ਹਮਲੇ ਤੋਂ ਕਾਫੀ ਆਹਤ ਹੈ ਔਰ ਸਿੱਖ ਕੌਮ ਇਸ ਤੋਂ ਆਹਤ ਹੈ, ਬੜੀ ਠੇਸ ਲੱਗੀ ਹੈ ਇਸ ਹਮਲੇ ਤੋਂ ਬਾਅਦ। ਸੜਕਾਂ ਤੇ ਉਤਰ ਆਈ ਹੈ ਵਿਰੋਧ ਦੇ ਵਿੱਚ ਕਿ ਇੱਕ ਡਿਪਲੋਮੈਸੀ ਪ੍ਰੋਗਰਾਮ ਜ਼ਰੂਰ ਬਣਨਾ ਚਾਹੀਦਾ ਹੈ, ਜਿਹਦੇ ਨਾਲ ਸਰਕਾਰਾਂ ਨੂੰ, ਬਾਹਰ ਦੇ ਮੁਲਕਾਂ ਦੀਆਂ ਸਰਕਾਰਾਂ ਨੂੰ ਪੂਰੀ ਜਾਣਕਾਰੀ ਸਿੱਖਾਂ ਦੀ ਮਿਲ ਸਕੇ। ਸਿੱਖ ਕੌਮ ਇੱਕ ਵੱਖਰੀ ਕੌਮ ਹੈ। ਇਹ ਜਾਣਕਾਰੀ ਦੇ ਨਾਲ ਜਿਹੜਾ ਉਹਨਾਂ ਦੇ ਗੁਰਦੁਆਰਾ ਸਾਹਿਬਾਨਾਂ ਦੇ ਉੱਤੇ ਹਮਲਾ ਹੋ ਰਿਹਾ ਹੈ, ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਹਨਾਂ ਨੂੰ ਅੱਤਵਾਦੀ ਸਮਝਿਆ ਜਾ ਰਿਹਾ ਹੈ, ਉਸ ਤੋਂ ਸੁਚੇਤ ਹੋ ਜਾਏ, ਉਸ ਤੋਂ ਬਚਿਆ ਜਾ ਸਕੇ। ਸਿੱਖ ਇੱਕ ਵੱਖਰੀ ਕੌਮ ਹੈ, ਇਹ ਉਹਨਾਂ ਤੱਕ ਆਇਡੈਂਟੀਫਿਕੇਸ਼ਨ ਉਹਨਾਂ ਤੱਕ ਜ਼ਰੂਰ ਪਹੁੰਚਾਉਣੀ ਚਾਹੀਦੀ ਹੈ। ਇਹ ਅੱਜ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਇਹੀ ਮੰਗ ਕੌਮ ਦੀ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ, ਇਸ ਦੀ ਪਹਿਚਾਣ ਵੱਖਰੀ ਹੈ, ਇਸ ਦਾ ਉਹਨਾਂ ਤੱਕ ਪਹੁੰਚਾਉਣੀ ਹੈ। ਕਾਬੁਲ ਦੇ ਅਫਗਾਨਿਸਤਾਨ ਦੀ ਅੰਬੈਸੀ ਨੂੰ ਵੀ ਜਿਹੜਾ ਇੱਕ ਚਿੱਠੀ ਲਿਖੀ ਹੈ, ਜਿਹਦੇ ਵਿੱਚ ਉਹਨਾਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ ਔਰ ਵੱਖਰੀ ਆਇਡੈਂਟੀਫਿਕੇਸ਼ਨ ਸਿੱਖ ਕੌਮ ਰੱਖਦੀ ਹੈ। ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ।
ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਿਹੜੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 9643503221।